ਪੰਜਾਬ ਦੇ ਕਿਸਾਨ ਦੇ ਨਾਲ ਧੱਕਾ ਹੋ ਰਿਹਾ ਆ, ਜਿੱਥੇ ਅੱਜ ਬਾਂਹ ਫੜਨ ਦਾ ਸਮਾਂ ਸੀ। ਬੀਜੇਪੀ ਦੀਆਂ ਹਰਕਤਾਂ ਹੀ ਇਦਾਂ ਦੀਆਂ, ਜਿਹੜਾ ਕਿਸਾਨ ਆ ਉਹ ਵਿਚਾਰਾ ਮਜਬੂਰ ਹੋ ਗਿਆ ਸੜਕਾਂ ਤੇ ਆਉਣ ਲਈ। ਬੀਜੇਪੀ ਦੇ ਪ੍ਰਧਾਨਾਂ ਦਾ ਪੰਜਾਬ ਦੇ ਵਿੱਚ ਵੜਨ ਦੀ ਗੱਲ ਕਰਦੇ ਆ, ਅਸੀਂ ਉਹਨੂੰ ਚੇਤਾਵਨੀ ਦਿੰਦੇ ਆ ਵੀ ਹੁਣ ਤੂੰ ਪੰਜਾਬ 'ਚ ਦੁਬਾਰਾ ਨਾ ਆਈ। ਰਾਹੁਲ ਗਾਂਧੀ ਦਾ ਇੱਕ ਪੰਜਾਬ ਦੇ ਵਿੱਚ ਆਉਣਾ ਪੋਲੀਟੀਕਲੀ ਸਟੰਟ ਆ, ਔਰ ਸੋਫਿਆਂ ਵਾਲੇ ਟਰੈਕਟਰ ਦੇ ਉੱਪਰ ਬਹਿਣਾ ਇਹ ਵੀ ਇੱਕ ਪੋਲੀਟੀਕਲੀ ਸਟੰਟ ਆ, ਕਿਉਂਕਿ ਇਹ ਆਪਣੀਆਂ ਸਿਆਸੀ ਜਿਹੜੀਆਂ ਰੋਟੀਆਂ ਸੇਕ ਰਹੇ ਆ, ਕਿਸਾਨਾਂ ਦੇ ਮੋਢੇ ਤੇ ਰੱਖ ਕੇ ਚਲਾਉਣ ਦੀ ਜਿਹੜੀ ਇਹ ਕੋਸ਼ਿਸ਼ ਕਰ ਰਹੇ ਆ। ਮੈਂ ਗੱਲ ਦੱਸਣੀ ਚਾਹੁੰਦਾ ਕਿ ਬੀਜੇਪੀ ਦੇ ਜਿੰਨੇ ਲੀਡਰ ਆ, ਵੀ ਇੱਕ ਗੱਲ ਜਿਹੜੀ ਆ ਤੁਸੀਂ ਉਹ ਧਿਆਨ ਨਾਲ ਸਮਝ ਲਓ, ਸੁਣ ਲਓ ਵੀ ਤੁਹਾਡਾ ਜਿਹੜਾ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਉਹ ਬੰਦ ਕਰ ਦਿਆਂਗੇ, ਕਿਉਂਕਿ ਅੱਜ ਜਿਹੜਾ ਪੰਜਾਬ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਖੜਾ, ਕਿਸਾਨਾਂ ਦੀ ਬਾਂਹ ਫੜੋ। ਇਸ ਦੇਸ਼ ਵਿੱਚ ਨੋਟਬੰਦੀ ਕੀਤੀ, ਉਹਦਾ ਕੋਈ ਰਿਜ਼ਲਟ ਨਹੀਂ ਦੱਸਿਆ ਕੀ ਆਇਆ। GST ਲੈਣ ਦੀ ਹੋਰ ਵੱਡੇ ਜਿਹੜੇ ਫੈਸਲੇ ਲਿਆ, ਜਿਨ੍ਹਾਂ ਦਾ ਕੁਝ ਦੱਸਿਆ ਹੀ ਨਹੀਂ ਕਿ ਦੇਸ਼ ਨੂੰ ਫਾਇਦਾ ਕੀ ਹੋਇਆ। ਇੱਦਾਂ ਹੀ ਇਹ ਜਿਹੜਾ ਕਿਸਾਨੀ ਨੂੰ ਜਿਹੜਾ ਖਤਮ ਕਰਨ ਦਾ ਇਹਨਾਂ ਦਾ ਜਿਹੜਾ ਪਲਾਨ ਆ, ਉਹਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਅਸੀਂ ਕਿਸਾਨ ਵੀਰਾਂ ਦੇ ਨਾਲ ਖੜੇ ਆ ਔਰ ਡਟ ਕੇ ਖੜੇ ਆ। ਪੰਜਾਬ ਹਰਿਆਣਾ ਦੇ ਵਿੱਚ ਕਿਸਾਨੀ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ। ਦਿੱਲੀ ਦੇ ਵਿੱਚ ਕਿਸਾਨੀ ਜਥੇਬੰਦੀਆਂ ਦੀ ਬੈਠਕ ਸੀਗੀ, ਬੈਠਕ ਬੇਨਤੀਜਾ ਰਹੀ। ਉਦੋਂ ਬਾਅਦ ਚੋਂ ਖਾਸ ਕਰ ਪੰਜਾਬ ਦੇ ਅੰਦਰ ਮਾਹੌਲ ਹੋਰ ਗਰਮ ਹੋ ਚੁੱਕਾ ਹੈ। ਦਲਿਤ ਜਥੇਬੰਦੀਆਂ ਦੇ ਕੁਝ ਨੁਮਾਇੰਦੇ ਨੇ ਅੰਬੇਦਕਰ ਸੇਨਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਬੁੱਗਾ ਖੋਲ੍ਹ ਕੇ ਸਮਰਥਨ ਦੇਣ ਦੀ ਗੱਲ ਕਰ ਰਹੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਜਿਸ ਤਰੀਕੇ ਪੰਜਾਬ 'ਚ ਤੁਸੀਂ ਦੇਖ ਰਹੇ ਹੋ, ਹਰ ਸ਼ਹਿਰ 'ਚ, ਹਰ ਪਿੰਡ 'ਚ, ਹਰ ਗਲੀ 'ਚ ਇੱਕ ਰੋਸ ਹੈ ਕਿਸਾਨਾਂ ਦੇ ਹੱਕ ਦੇ ਵਿੱਚ। ਇਸ ਪੂਰੇ ਕਾਨੂੰਨ ਨੂੰ ਕਿਵੇਂ ਦੇਖਦੇ ਹੋ ਜੋ ਕੇਂਦਰ ਵੱਲੋਂ ਲਿਆਂਦਾ ਗਿਆ ਹੈ, ਤੇ ਜਿਹੜੇ ਰੋਸ ਦੀ ਲਹਿਰ ਇੱਕ ਪੰਜਾਬ 'ਚ ਉਪਜ ਰਹੀ ਹੈ? ਦੇਖੋ ਜੀ, ਇਸ ਦੇਸ਼ ਦੀਆਂ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਬਹੁਤ ਸਾਰੀਆਂ ਦਲਿਤ ਜਥੇਬੰਦੀਆਂ, ਉਹ ਕਿਸਾਨਾਂ ਨੂੰ ਪਹਿਲਾਂ ਹੀ ਸਮਰਥਨ ਕਰ ਚੁੱਕੀਆਂ। ਅਸੀਂ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਕਿ ਚਾਹੇ ਇਹ ਸੰਘਰਸ਼ ਜਿਹੜਾ ਆ ਜਿੰਨਾ ਵੀ ਲੰਬਾ ਚੱਲੇ, ਅਸੀਂ ਕਿਸਾਨਾਂ ਦੇ ਨਾਲ ਖੜੇ ਆ। ਔਰ ਚਾਹੇ ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਦਾ ਵੀ ਜਿਹੜੇ ਕਿਸਾਨ ਵੀਰ ਜਿਹੜੇ ਸੰਘਰਸ਼ ਨੂੰ ਜਿਹੜਾ ਅਪਣਾਉਂਦੇ ਨੇ, ਜਿੱਦਾਂ ਦੀ ਵੀ ਰਣਨੀਤੀ ਤਿਆਰ ਕਰਦੇ ਨੇ, ਅਸੀਂ ਕਿਸਾਨ ਵੀਰਾਂ ਦੇ ਬਿਲਕੁਲ ਨਾਲ ਖੜੇ ਆ, ਚਟਾਨ ਵਾਂਗ ਖੜੇ ਆ। ਬਿਲਕੁਲ। ਜਿਸ ਤਰੀਕੇ ਕਿਉਂਕਿ ਜਲੰਧਰ ਖੜੇ ਆ ਆਪਾਂ, ਇੱਥੇ ਲਾਗੇ ਹੀ ਭਾਜਪਾ ਪ੍ਰਧਾਨ ਦੀ ਗੱਡੀ ਤੇ ਹਮਲਾ ਵੀ ਹੋਇਆ। ਜਿਸ ਤਰੀਕੇ ਭਾਜਪਾ ਖਿਲਾਫ ਵੀ ਇੱਕ ਰੋਸ ਲਗਾਤਾਰ ਵੱਧ ਰਿਹਾ, ਕਿਵੇਂ ਦੇਖਦੇ ਹੋ ਸਾਰੇ ਕਾਸੇ? ਦੇਖੋ ਜੀ, ਗੱਲ ਹੈ ਕਿ ਜਿਹੜੀ ਭਾਜਪਾ ਦੀ ਜਿਹੜੀ ਭੂਮਿਕਾ ਸੀ, ਜਿਹੜੇ ਪੰਜਾਬ ਦੇ ਲੀਡਰ ਆ ਜਿਹੜੇ ਜਿੱਤ ਕੇ ਗਏ, ਸੋਮ ਪ੍ਰਕਾਸ਼ ਆ ਫਗਵਾੜੇ ਤੋਂ, ਹੰਸਰਾਜ ਹੰਸ ਜਿਹੜਾ ਪੰਜਾਬ ਦਾ ਰਹਿਣ ਵਾਲਾ ਆ, ਔਰ ਜਿੱਥੇ ਸਨੀ ਦਿਓਲ ਜਿਹੜਾ ਕਿ ਮਤਲਬ ਗੁਰਦਾਸਪੁਰ ਤੋਂ ਲੋਕਾਂ ਨੇ ਜਿਹਨਾਂ ਜਿਤਾਇਆ ਆ, ਵੋਟਾਂ ਪਾਈਆਂ, ਉਹਨਾਂ ਦੀ ਇੱਥੇ ਭੂਮਿਕਾ ਬਣਦੀ ਸੀ ਕਿ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਦੇ, ਉਹਨਾਂ ਨੂੰ ਲੈ ਕੇ ਚੱਲਦੇ ਨਾਲ। ਵੀ ਦੇਖੋ ਪੰਜਾਬ ਦੇ ਕਿਸਾਨ ਦੇ ਨਾਲ ਧੱਕਾ ਹੋ ਰਿਹਾ ਆ, ਜਿੱਥੇ ਅੱਜ ਬਾਂਹ ਫੜਨ ਦਾ ਸਮਾਂ ਸੀ। ਬੀਜੇਪੀ ਦੀਆਂ ਹਰਕਤਾਂ ਹੀ ਇਦਾਂ ਦੀਆਂ, ਜਿਹੜਾ ਕਿਸਾਨ ਆ ਉਹ ਵਿਚਾਰਾ ਮਜਬੂਰ ਹੋ ਗਿਆ ਸੜਕਾਂ ਤੇ ਆਉਣ ਲਈ। ਔਰ ਜਿਹੜੀ ਗੱਡੀ ਤੋੜਨ ਦੀ ਗੱਲ ਆ, ਜਿਹੜੀ ਹਮਲੇ ਦੀ ਗੱਲ ਆ, ਉਹਦੀ ਅਸੀਂ ਨਿੰਦਾ ਕਰਦੇ ਹਾਂ। ਵੀ ਸੰਵਿਧਾਨਿਕ ਜਿਹੜੇ ਦਾਇਰੇ ਦੇ ਵਿੱਚ ਰਹਿ ਕੇ ਪ੍ਰੋਟੈਸਟ ਕਰਨਾ ਚਾਹੀਦਾ। ਔਰ ਜਿਹੜੀ ਗੱਲ ਇਹ ਆ ਵੀ ਬੀਜੇਪੀ ਦੇ ਪ੍ਰਧਾਨਾਂ ਦਾ ਪੰਜਾਬ ਦੇ ਵਿੱਚ ਵੜਨ ਦੀ ਗੱਲ ਕਰਦੇ ਆ, ਅਸੀਂ ਉਹਨੂੰ ਚੇਤਾਵਨੀ ਦਿੰਦੇ ਆ ਵੀ ਹੁਣ ਤੂੰ ਪੰਜਾਬ 'ਚ ਦੁਬਾਰਾ ਨਾ ਆਈ, ਅਸੀਂ ਤੇਰਾ ਬਿਲਕੁਲ ਵਿਰੋਧ ਕਰਾਂਗੇ। ਵੀ ਇਹ ਨਹੀਂ ਆ ਵੀ ਤੂੰ ਇੱਕ ਪਾਸੇ ਦਾ ਤੁਸੀਂ ਇਦਾਂ ਦੇ ਬਿਆਨਬਾਜ਼ੀ ਕਰਦੇ ਪਏ ਆ ਵੀ ਜਿਹੜਾ ਸਾਡੇ ਦਫ਼ਤਰ ਦੇ ਬਾਹਰ ਆਊਗਾ ਤਾਂ ਚੱਲ ਕੇ ਭੇਜਾਂਗੇ ਉਹਨੂੰ ਅਸੀਂ ਇੱਦਾਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਜ ਜਿਹੜੀ ਦੁੱਖ ਦੀ ਘੜੀ ਆ, ਜਿਹੜਾ ਪੰਜਾਬ ਜਿਹੜਾ ਇਹ ਕਿਸਾਨੀ ਵਾਲਾ ਸੂਬਾ, ਕਿਉਂਕਿ ਕਿਸਾਨੀ ਦੇ ਨਾਲ ਹੀ ਪੰਜਾਬ ਚੱਲਦਾ, ਕਿਉਂਕਿ ਬਹੁਤ ਸਾਰੇ ਜਿਹੜੇ ਮਜ਼ਦੂਰ ਆ, ਜਿਹੜੇ ਗਰੀਬ ਲੋਕ ਆ, ਉਹਨਾਂ ਦਾ ਢਿੱਡ ਭਰਦਾ ਕਿਸਾਨੀ ਦੇ ਸਿਰ ਤੇ। ਸੋ ਜਦੋਂ ਇਦਾਂ ਦੀਆਂ ਬੀਜੇਪੀ ਦੀਆਂ ਜਿਹੜੀਆਂ ਇਹ ਬਿਆਨਬਾਜ਼ੀਆਂ ਆ, ਇਹ ਸਾਫ਼ ਇਸ਼ਾਰਾ ਕਰਦੀਆਂ ਹੈਗੀਆਂ ਵੀ ਜਿਹੜਾ ਇਹ ਕਿਸਾਨ ਵਿਰੋਧੀ ਜਿਹੜੀਆਂ ਹੈਗੀਆਂ ਆ, ਬਿਲਕੁਲ ਅਸੀਂ ਇਹਦੀ ਵਿਰੋਧਤਾ ਕਰਦੇ ਹਾਂ ਜੀ। ਬਿਲਕੁਲ। ਸਾਡੇ ਨਾਲ ਕੁਲਵਿੰਦਰ ਬੈਂਸ ਨੇ। ਬੈਂਸ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਦੇਖੋ ਜੀ, ਇਹ ਜਿਹੜਾ ਪੰਜਾਬ ਆ ਇੱਕ ਜਿਹੜਾ ਕਿਸਾਨੀ ਸੂਬਾ ਆ, ਔਰ ਜਿਹੜੇ ਬਹੁਤ ਸਾਰੇ ਲੋਕ ਆ ਜਿਹੜੇ ਪੰਜਾਬ ਦੇ ਰਹਿਣ ਵਾਲੇ ਆ, ਉਹ ਕਿਸਾਨੀ 'ਤੇ ਡਿਪੈਂਡ ਆ, ਔਰ ਇਹਨਾਂ ਦਾ ਇੱਥੋਂ ਹੀ ਰੋਜ਼ਗਾਰ ਚੱਲਦਾ ਆ। ਜੇ ਉਹਨਾਂ ਦਾ ਰੋਜ਼ਗਾਰ ਜੇ ਖੋਹ ਲਿਆ ਜਾਊਗਾ, ਜਿਹੜਾ ਆਰਡੀਨੈਂਸ ਜਿਹੜੀ ਸਰਕਾਰ ਲੈ ਕੇ ਆ ਰਹੀ ਆ, ਇਹ ਬਿਲਕੁਲ ਹੀ ਇੱਕ ਜਿਹੜਾ ਨਜਾਇਜ਼ ਤਰੀਕੇ ਦੇ ਨਾਲ ਜਿਹੜਾ ਕਾਨੂੰਨ ਨੂੰ ਥੋਪਿਆ ਜਾ ਰਿਹਾ ਹੈ, ਜਿਸ ਦੇ ਨਾਲ ਜਿਹੜਾ ਕਿਸਾਨੀ ਦਾ ਜਿਹੜਾ ਗਲਾ ਇੱਕ ਘੁੱਟਣ ਦੀ ਜਿਹੜੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਇਸ ਦੇ ਨਾਲ ਜਿਹੜਾ ਮੰਡੀਕਰਨ ਆ ਉਹ ਵੀ ਬੰਦ ਹੋਊਗਾ, ਆੜ੍ਹਤੀਆ ਸਿਸਟਮ ਵੀ ਬੰਦ ਹੋਊਗਾ, ਕਿਉਂਕਿ ਜਿਹੜੀਆਂ ਸਰਕਾਰਾਂ ਆ ਪਹਿਲਾਂ ਜਿਹੜਾ ਕਿਸਾਨਾਂ ਦੇ ਫਸਲ ਦੇ ਜਿਹੜੇ ਰੇਟ ਉਹ ਜਿਹੜੀਆਂ ਸਰਕਾਰਾਂ ਤੈਅ ਕਰਦੀਆਂ ਸੀ, ਪਰ ਹੁਣ ਜੋ ਇਹ ਕਾਨੂੰਨ ਕਹਿੰਦਾ ਆ ਉਹ ਇਸ ਤਰ੍ਹਾਂ ਹੋਏਗਾ ਕਿ ਜਿਹੜੀਆਂ ਵੱਡੀਆਂ ਏਜੰਸੀਆਂ ਆ ਉਹ ਜਿਹੜੀ ਫਸਲ ਦੀ ਜਿਹੜੀ ਉਹਦੇ ਰੇਟ ਤੈਅ ਕਰਨਗੇ। ਜਿਸ ਤਰ੍ਹਾਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੇ ਆ ਕਿ ਜਿਹੜਾ ਰਿਲਾਇੰਸ ਜੀਓ
ਜਦੋਂ ਮਾਰਕੀਟ ਦੇ ਵਿੱਚ ਆਇਆ ਸੀ ਤੇ ਉਹਨੇ ਪਹਿਲਾਂ ਜਿਹੜਾ ਉਪਭੋਗਤਾ ਨੂੰ ਨਾਲ ਜੋੜਨ ਦਾ, ਜਿਹੜਾ ਕਸਟਮਰ ਨੂੰ ਇੱਕ ਫ੍ਰੀ ਦੇ ਵਿੱਚ ਜਿਹੜਾ ਇੱਕ ਲਾਲਚ ਦਿੱਤਾ ਗਿਆ ਸੀ, ਤੇ ਅੱਜ ਉਹ ਦੇਖੀਏ 4-5 ਜਿਹੜਾ ਫ੍ਰੀ ਦੇ ਵਿੱਚ ਦਿੱਤਾ ਗਿਆ ਸੀ ਉਹ 4-500 ਦਾ ਜਿਹੜਾ ਅੱਜ ਕੱਲ੍ਹ ਉਹ ਪਲਾਨ ਹੋ ਗਿਆ। ਇਸੇ ਤਰ੍ਹਾਂ ਜੇ ਜਿਹੜੀਆਂ ਵੱਡੀਆਂ ਏਜੰਸੀਆਂ ਆ ਪਹਿਲਾਂ ਬਹੁਤ ਵਧੀਆ ਤਰੀਕੇ ਦੇ ਨਾਲ ਕਿਸਾਨਾਂ ਨੂੰ ਰੇਟ ਜਿਹੜਾ ਫਸਲ ਦੇ ਅਦਾ ਕਰਨਗੀਆਂ 1600-1700, ਪਰ ਜਦੋਂ 2 ਸਾਲ ਦੇ ਬਾਅਦ ਜਿਹੜਾ ਉਹਦਾ ਮਿਆਦ ਆ ਜਿਹੜਾ ਡਿੱਗਦੀ ਜਾਊਗੀ, ਜਿਸ ਨਾਲ ਕਿਸਾਨੀ ਦਾ ਜਿਹੜਾ ਬਹੁਤ ਨੁਕਸਾਨ ਹੋਊਗਾ ਪੰਜਾਬ ਦੇ ਵਿੱਚ। ਬਿਲਕੁਲ ਕਿਸਾਨੀ ਦਾ ਨੁਕਸਾਨ ਬਾਈ ਜੀ ਹੋ ਵੀ ਰਿਹਾ ਨੁਕਸਾਨ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਕਰਜ਼ਾ ਹੈ ਕਿਸਾਨਾਂ ਦੇ ਉੱਤੇ। ਪੰਜਾਬ ਦੇ ਹਾਲਾਤ ਅਸੀਂ ਸਭ ਜਾਣਦੇ ਹਾਂ, ਪਰ ਚੰਗੀ ਗੱਲ ਇਹ ਵੀ ਹੈ, ਤੁਸੀਂ ਵੀ ਦੇਖ ਰਹੇ ਹੋਵੋਗੇ, ਪੰਜਾਬ ਦਾ ਕਿਸਾਨ ਸੜਕਾਂ ਤੇ ਹੈ, ਨੌਜਵਾਨ ਸੜਕਾਂ ਤੇ ਹੈ, ਕਲਾਕਾਰ ਸੜਕਾਂ ਤੇ ਹੈ। ਤੁਸੀਂ ਇੱਕ ਜਥੇਬੰਦੀ ਦੇ ਆਗੂ ਹੋ, ਤੁਸੀਂ ਵੀ ਨੌਜਵਾਨ ਨੂੰ ਦਰਦ ਰੱਖਦੇ ਹੋ। ਕੀ ਲੱਗਦਾ ਤੁਹਾਨੂੰ ਕਿ ਸਾਰੇ ਇੱਕ ਮੰਚ ਤੇ ਹੋ ਜਾਣ, ਅਸਰ ਪਏਗਾ? ਦੇਖੋ ਗੱਲ ਇਹ ਆ ਕਰਨ ਜੀ ਕਿ ਇਸ ਦੇਸ਼ ਦੇ ਵਿੱਚ ਹਮੇਸ਼ਾ ਜਿਹੜਾ ਘੱਟ ਗਿਣਤੀਆਂ ਤੇ ਜ਼ੁਲਮ ਹੋਏ, ਦਲਿਤਾਂ ਤੇ ਜ਼ੁਲਮ ਹੋ ਰਿਹਾ ਆ। ਹੁਣ ਇਹ ਜਿਹੜਾ ਜ਼ੁਲਮ ਹੈ ਇਹ ਜਿਹੜੇ ਪੰਜਾਬ ਦੇ ਦੇਸ਼ ਦੇ ਕਿਸਾਨਾਂ ਤੇ ਹੋਣਾ ਸ਼ੁਰੂ ਹੋ ਗਿਆ। ਸਾਨੂੰ ਜਿਹੜਾ ਅੱਜ ਇਕੱਠੇ ਹੋਣ ਦੀ ਜ਼ਰੂਰਤ ਆ, ਕਿਉਂਕਿ ਅਸੀਂ ਤਾਂ ਇਸ ਚੀਜ਼ ਨੂੰ ਸਮਝਦੇ, ਅਸੀਂ ਤਾਂ ਪਹਿਲਾਂ ਤੋਂ ਕਹਿ ਰਹੇ ਹਾਂ ਵੀ ਜਿੰਨੀ ਦੇਰ ਤੱਕ ਅਸੀਂ ਇਕੱਠੇ ਨਹੀਂ ਹੁੰਦੇਗੇ ਉਨੀ ਦੇਰ ਤੱਕ ਪੰਜਾਬ ਦਾ ਇਹ ਭਲਾ ਨਹੀਂ ਹੋਣਾ। ਕਿਉਂਕਿ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਜਿਹੜਾ ਕਿਸਾਨ, ਦਲਿਤ, ਮਜ਼ਦੂਰ ਕਿ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆ। ਬੇਸ਼ੱਕ ਕਿ ਕਿਸਾਨਾਂ ਵੱਲੋਂ ਜਦੋਂ ਝੋਨੇ ਦੀ ਜਿਹੜੀ ਵਢਾਈ ਤੇ ਜਦੋਂ ਲਵਾਈ ਤੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਾਂ ਕਰਾਈਆਂ ਸੀ ਵੀ ਇਹ ਝੋਨੇ ਦਾ ਰੇਟ ਤੈਅ ਕੀਤਾ ਸੀ ਵੀ ਇੰਨੀ ਲਵਾਈ ਦੇਵਾਂਗੇ, ਪਰ ਅਸੀਂ ਉਹ ਚੀਜ਼ਾਂ ਨੂੰ ਪਿੱਛੇ ਛੱਡ ਚੁੱਕੇ ਹਾਂ। ਕਿਉਂਕਿ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ, ਅਸੀਂ ਪੰਜਾਬ ਦੇ ਹਿੱਤ ਵਾਲੇ ਲੋਕ ਹਾਂ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਪੰਜਾਬ ਆ ਇਹ ਹੋਰ ਤਰੱਕੀ ਕਰੇ, ਇਹ ਹਰਿਆ ਭਰਿਆ ਸੂਬਾ ਇਦਾਂ ਹੀ ਰਵੇ। ਹਰਿਆ ਭਰਿਆ ਸੂਬਾ ਐਂ ਹੀ ਰਹੇ। ਜਿਸ ਤਰੀਕੇ ਨਾਲ ਸਵਾਲ ਮੇਰਾ ਉਹੀ ਕਿ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਹੈ, ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਨੇ, ਸੰਸਦ ਘੇਰਨ ਦੀ ਗੱਲਾਂ ਹੋ ਰਹੀਆਂ ਨੇ, ਰਾਹੁਲ ਗਾਂਧੀ ਪੰਜਾਬ 'ਚ ਆਏ, ਸੋਫੇ ਵਾਲੇ ਟਰੈਕਟਰ ਤੇ ਬੈਠੇ, ਟਰੋਲਿੰਗ ਵੀ ਹੋਈ ਸਾਰੀ, ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਜੇ ਇੱਕ ਨੌਜਵਾਨ ਵਜੋਂ ਕਹਾਂ ਕਿਵੇਂ ਦੇਖਦੇ ਹੋ? ਦੇਖੋ ਜੀ, ਕਾਂਗਰਸ ਦੀ ਜਿਹੜੀ ਆਪਾਂ ਲਗਭਗ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ, ਜਿਹੜੀ ਕਾਂਗਰਸ ਦੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਆ। ਜੇ ਅਸੀਂ ਕੈਪਟਨ ਸਾਹਿਬ ਦੀ ਗੱਲ ਕਰੀਏ, ਵੱਡੇ ਜਿਹੜੇ ਲਾਰੇ ਵਾਅਦੇ, ਘਰ ਨੌਕਰੀ, ਸਮਾਰਟਫੋਨ, ਸ਼ਗਨ ਸਕੀਮ 51,000, ਪੈਨਸ਼ਨ 2500, ਹੋਰ ਵੀ ਬਹੁਤ ਸਾਰੇ ਲਾਰੇ, ਕਿਹੜਾ ਪੂਰਾ ਕੀਤਾ? ਨਾ ਕਿਸੇ ਨੂੰ ਘਰ ਨੌਕਰੀ ਮਿਲੀ, ਨਾ ਕਿਸੇ ਦੀ ਪੈਨਸ਼ਨ 2500 ਹੋਈ, ਨਾ ਕਿਸੇ ਨੂੰ ਸ਼ਗਨ ਸਕੀਮ 51,000 ਰੁਪਈਆ ਮਿਲੀ। ਔਰ ਸਭ ਤੋਂ ਜਿਹੜਾ ਦੁੱਖਦਾਈ ਘਟਨਾ, ਕਿਉਂਕਿ ਜਿਹੜਾ ਪੰਜਾਬ ਦਾ ਜਿਹੜਾ ਦਲਿਤ ਹੈਗਾ ਆ ਉਹ ਗਰੀਬ ਆ, ਉਹਦੇ ਕੋਲ ਇਦਾਂ ਦੇ ਕੋਈ ਸਾਧਨ ਨਹੀਂ, ਨਾ ਉਹਦੇ ਕੋਲ ਬਿਜ਼ਨਸ ਆ, ਜੇ ਕਿਸੇ ਦੀ ਜ਼ਮੀਨ ਵੀ ਆ ਬਹੁਤ ਥੋੜੀ ਜਿਹੀ, ਉਹਦੇ ਕੋਲ ਇਦਾਂ ਦੇ ਸਾਧਨ ਨਹੀਂ, ਸਿਰਫ ਉਹਦੇ ਕੋਲ ਇੱਕ ਸਾਧਨ ਆ ਐਜੂਕੇਸ਼ਨ। ਦੇਖੋ ਇਹਨਾਂ ਨੇ ਐਜੂਕੇਸ਼ਨ ਖਤਮ ਕਰਨ ਦੇ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਕਿੱਡਾ ਵੱਡਾ ਘਟਾਲਾ ਹੋਇਆ, 65 ਕਰੋੜ ਦਾ ਘਟਾਲਾ ਕੀਤਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ, ਜਿਹੜੀ ਕਿ ਇਹਨਾਂ ਵੇਲੇ IAS ਅਫਸਰ ਵੱਲੋਂ ਉਹਦੀ ਰਿਪੋਰਟ ਤਿਆਰ ਕੀਤੀ ਗਈ। ਔਰ ਇੱਕ ਮੈਂ ਦੱਸਣਾ ਚਾਹੁੰਦਾ ਕਿ IAS ਅਫਸਰ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਉਹਨੂੰ ਕਿੰਨੀ ਕੁ ਨੌਲੇਜ ਹੁੰਦੀ ਆ, ਕਿੰਨਾ ਕੁ ਉਹਨੂੰ ਪਤਾ ਹੁੰਦਾ, ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਉਹਦੀ ਰਿਪੋਰਟ ਤੋਂ ਬਾਅਦ ਇਹਨਾਂ ਨੇ ਉਹਨੂੰ ਕਲੀਨ ਚਿੱਟ ਦਿੱਤੀ। ਜਿਹੜਾ ਪੰਜਾਬ ਦਾ ਜਿਹੜਾ ਕਾਂਗਰਸ ਦਾ ਜਾਂ ਕੋਈ ਜਿਹੜਾ ਇੱਥੇ ਦਾ ਲੀਡਰ ਆ ਜਾਂ ਕੁਝ ਵੀ ਆ, ਉਹਦੇ ਤੇ ਇੱਕ ਵੀ ਲੀਡਰ, ਚਾਹੇ ਉਹ ਸ਼ਡਿਊਲ ਕਾਸਟ ਆ ਚਾਹੇ ਕੋਈ ਵੀ ਆ, ਉਹ ਬਿਲਕੁਲ ਨਹੀਂ ਬੋਲਿਆ। ਅੱਜ ਜਦੋਂ ਇਹ ਮਸਲਾ ਹੋਇਆ ਇਹਦੇ ਤੇ ਰਾਜਨੀਤੀ ਕਰਨ ਦੇ ਲਈ ਇਹ ਬੋਲ ਰਿਹਾ ਆ। ਸੋ ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਸਾਨੂੰ ਇਹ ਸਮਾਜਿਕ ਲੜਾਈ ਲੜਨ ਦੀ ਜ਼ਰੂਰਤ ਹੈ, ਨਾ ਕਿ ਜਿਹੜੀ ਰਾਜਨੀਤਿਕ ਲੜਾਈ ਨੂੰ ਨਾ ਬਣਾਇਆ ਜਾਵੇ। ਕਿਉਂਕਿ ਅਸੀਂ ਸਮਾਜਿਕ ਤੌਰ ਤੇ ਇਕੱਠੇ ਹੋਈਏ, ਆਪਣੇ ਹੱਕਾਂ ਦੀ ਗੱਲ ਕਰੀਏ, ਆਪਣੀ ਲੜਾਈ ਨੂੰ ਆਪ ਲੜੀਏ। ਤੁਹਾਨੂੰ ਕੀ ਲੱਗਦਾ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਰਾਜਨੀਤਿਕ ਆਗੂ ਜਿਹੜੇ ਨੇ ਉਹ ਆਪਣਾ ਸਿਰਫ ਫਾਇਦਾ ਲੈਣ ਆ ਰਹੇ ਨੇ ਸੰਘਰਸ਼ ਦੇ ਵਿੱਚ, ਉਹਨਾਂ ਤੋਂ ਪਰੇ ਰਹੀਏ, ਆਪਾਂ ਆਪਣੀ ਲੜਾਈ ਸਾਰੇ ਸਮਾਜਿਕ ਤੌਰ ਤੇ ਲੜੀਏ, ਸਾਰੇ ਜਥੇਬੰਦਕ ਤੌਰ ਤੇ? ਬਿਲਕੁਲ ਜੀ, ਆਪਣੀ ਜਿਹੜੀ ਲੜਾਈ ਆ ਉਹ ਸਮਾਜਿਕ ਤੌਰ ਤੇ ਲੜਨੀ ਚਾਹੀਦੀ ਆ। ਕਿਉਂਕਿ ਜੇ ਅਸੀਂ ਗੱਲ ਕਰੀਏ ਰਾਜਨੀਤਿਕ ਤੌਰ ਤੇ, ਸਾਧੂ ਸਿੰਘ ਧਰਮਸੋਤ ਜਦੋਂ ਘਟਾਲੇ ਦਾ ਰੌਲਾ ਹੁੰਦਾ, ਇੱਕ ਵੀ ਕਿਸੇ ਕਾਂਗਰਸੀ ਸਟੇਟਮੈਂਟ ਨਹੀਂ ਆਉਂਦੀ ਵੀ ਉਹਨੇ ਗਲਤ ਕੀਤਾ। ਕਿਉਂਕਿ ਜੇਕਰ ਐਜੂਕੇਸ਼ਨ ਨਹੀਂ ਮਿਲੂਗੀ, ਪੰਜਾਬ ਦੇ ਵਿੱਚ ਲਗਭਗ 4 ਲੱਖ ਬੱਚਾ ਸ਼ਡਿਊਲ ਕਾਸਟ ਦਾ ਜਿਹੜਾ ਪੜ੍ਹ ਰਿਹਾ ਸੀ, ਅੱਜ ਉਹਦੀ ਗਿਣਤੀ ਲਗਭਗ 1.5 ਲੱਖ ਰਹਿ ਗਈ ਆ। ਉਹਦਾ ਜ਼ਿੰਮੇਵਾਰ ਕੌਣ ਆ? ਇਹ ਕਾਂਗਰਸ ਸਰਕਾਰ ਹੀ ਜ਼ਿੰਮੇਵਾਰੀ ਆ। ਉਹਦੇ ਤੇ ਕੋਈ ਇਹਨਾਂ ਨੇ ਬਿਆਨ ਨਹੀਂ ਲਾਇਆ, ਕੋਈ ਟਿੱਪਣੀ ਨਹੀਂ ਕੀਤੀ, ਇਹਨਾਂ ਨੇ ਕੋਈ ਇਦਾਂ ਦੇ ਸੋਰਸ ਨਹੀਂ ਪੈਦਾ ਕੀਤੇ। ਗਰੀਬ ਦਾ ਬੱਚਾ ਚਾਹੁੰਦੇ ਨਹੀਂ ਸ਼ਡਿਊਲ ਕਾਸਟ ਦਾ ਬੱਚਾ ਪੜ੍ਹੇ। ਸੋ ਇਸ ਕਰਕੇ ਜਿਹੜਾ ਰਾਹੁਲ ਗਾਂਧੀ ਦਾ ਇੱਕ ਪੰਜਾਬ ਦੇ ਵਿੱਚ ਆਉਣਾ, ਇਹ ਪੋਲੀਟੀਕਲੀ ਸਟੰਟ ਆ। ਔਰ ਸੋਫਿਆਂ ਵਾਲੇ ਟਰੈਕਟਰ ਦੇ ਉੱਪਰ ਬਹਿਣਾ, ਇਹ ਵੀ ਇੱਕ ਪੋਲੀਟੀਕਲੀ ਸਟੰਟ ਆ। ਕਿਉਂਕਿ ਇਹ ਆਪਣੀਆਂ ਸਿਆਸੀ ਜਿਹੜੀਆਂ ਰੋਟੀਆਂ ਸੇਕ ਰਹੇ ਆ, ਕਿਸਾਨਾਂ ਦੇ ਮੋਢੇ ਤੇ ਰੱਖ ਕੇ ਚਲਾਉਣ ਦੀ ਜਿਹੜੀ ਇਹ ਕੋਸ਼ਿਸ਼ ਕਰ ਰਹੇ ਆ। ਪਰ ਮੇਰਾ ਮੰਨਣਾ ਕਿ ਪੰਜਾਬ ਦਾ ਜਿਹੜਾ ਕਿਸਾਨ ਬਹੁਤ ਸਿਆਣਾ, ਬਹੁਤ ਸਾਰੇ ਧਰਨਿਆਂ ਦੇ ਵਿੱਚ ਅਸੀਂ ਗਏ, ਜਿੱਥੇ ਅਸੀਂ ਦੇਖਿਆ
ਉਹ ਤੇ ਕਿਸਾਨਾਂ ਵੱਲੋਂ ਸਖਤ ਮਨਾਹੀ ਕੀਤੀ ਗਈ ਸੀ ਵੀ ਕੋਈ ਵੀ ਕਿਸੇ ਪਾਰਟੀ ਦਾ ਜਿਹੜਾ ਝੰਡਾ ਤੇ ਡੰਡਾ ਲੈ ਕੇ ਨਾ ਆਵੇ। ਅਸੀਂ ਫਿਰ ਵੀ ਇਹੋ ਹੀ ਗੱਲ ਕਹਿੰਦੇ ਆ ਵੀ ਅਸੀਂ ਸਮਾਜਿਕ ਤੌਰ ਤੇ ਅੱਜ ਇਕੱਠੇ ਹੋਣ ਦੀ ਸਾਨੂੰ ਜ਼ਰੂਰਤ ਆ, ਕਿਉਂਕਿ ਜਿਹੜਾ ਨਹੀਂ ਤਾਂ ਪੰਜਾਬ ਆ, ਪੰਜਾਬ ਦੇ ਵਿੱਚ ਦਲਿਤਾਂ ਦੇ ਨਾਲ ਜਿੱਦਾਂ ਅਤਿਆਚਾਰ ਹੋ ਰਿਹਾ ਇਸ ਦੇਸ਼ ਦੇ ਵਿੱਚ, ਅੱਜ ਕਿਸਾਨਾਂ ਦੀ ਵਾਰੀ ਆ। ਜੇ ਹਜੇ ਵੀ ਨਾ ਅਸੀਂ ਇਕੱਠੇ ਹੋਏ ਤਾਂ ਆਉਣ ਵਾਲੇ ਇਹਦੇ ਨਤੀਜੇ ਜਿਹੜੇ ਬੜੇ ਭਿਆਨਕ ਹੋਣ ਵਾਲੇ ਆ, ਨਹੀਂ ਤਾਂ ਇਹਨਾਂ ਨੇ ਹੌਲੀ ਹੌਲੀ ਜਿਹੜਾ ਕਿਸਾਨੀ ਨੂੰ ਖਤਮ ਕਰ ਦੇਣ ਕਰ ਸਾਰਿਆਂ ਨੂੰ ਖਤਮ ਕਰ ਦੇਣਾ। ਬਿਲਕੁਲ ਨਤੀਜੇ ਜਿਹੜੇ ਭਿਆਨਕ ਇਹੀ ਸਾਰੇ। ਬਾਈ ਤੁਸੀਂ ਗੱਲ ਕਹੀ ਵੀ ਅਡਾਨੀਆਂ ਨੂੰ, ਰਿਲਾਇੰਸ ਨੂੰ, ਅੰਬਾਨੀਆਂ ਨੂੰ ਫਾਇਦਾ ਦੇਣ ਦੀਆਂ ਗੱਲਾਂ ਜਿਹੜੀਆਂ ਆਮ ਤੌਰ ਤੇ ਤੁਹਾਨੂੰ ਕੀ ਲੱਗਦਾ ਕਿ ਸਰਕਾਰਾਂ ਇਹਨਾਂ ਪੂੰਜੀਪਤੀ ਨੂੰ ਫਾਇਦਾ ਕਿਉਂ ਦੇ ਰਹੀ ਹੋਊਗੀ? ਵੋਟਾਂ ਤੇ ਕਿਸਾਨਾਂ ਨੇ ਪਾਈਆਂ, ਤੁਹਾਡੇ ਸਾਡੇ ਵਰਗੇ ਲੋਕਾਂ ਨੇ ਪਾਈਆਂ। ਦੇਖੋ ਜੀ, ਜਿਹੜਾ ਕੇਂਦਰ ਦੀ ਸਰਕਾਰ ਆ, ਦੇਖੋ ਪਿੱਛੇ ਜੇ ਅਸੀਂ ਗੱਲਾਂ ਕਰਦੇ ਕਿ ਮੈਂ ਦੇਸ਼ ਕੋ ਵਿਕਨੇ ਨਹੀਂ ਦੂੰਗਾ, ਪਰ ਜਿਹੜੀਆਂ ਸਰਕਾਰੀ ਪ੍ਰਾਪਰਟੀਆਂ ਆ, ਚਾਹੇ ਉਹ 에ਅਰਲਾਈਨ ਦੀ ਗੱਲ ਹੋਵੇ, ਚਾਹੇ ਉਹ ਹਵਾਈ ਅੱਡਿਆਂ ਦੀ ਗੱਲ ਹੋਵੇ, ਚਾਹੇ ਉਹ ਰੇਲਵੇ ਸਟੇਸ਼ਨ ਦੀ ਗੱਲ ਹੋਵੇ, ਇੱਥੋਂ ਤੱਕ ਸਰਕਾਰਾਂ ਇੰਨੀਆਂ ਵੀ ਮੁਨਾਫਿਸ ਨਹੀਂ ਹੈਗੀਆਂ ਕਿ ਇੱਥੋਂ ਤੱਕ ਕਿ ਉਹ ਯਾਨੀ ਕਿ ਸਹੀ ਤਰੀਕੇ ਨਾਲ ਜਿਹੜਾ ਸਰਕਾਰੀ ਸਿਸਟਮ ਨੂੰ ਨਹੀਂ ਚਲਾ ਸਕਦੀਆਂ। ਉਹ ਹਵਾਈ ਅੱਡਿਆਂ ਨੂੰ ਜਿਹੜਾ ਪ੍ਰਾਈਵੇਟ ਕਰ ਦਿੱਤਾ ਗਿਆ, ਅਡਾਨੀਆਂ ਅੰਬਾਨੀਆਂ ਨੂੰ ਜਿਹੜਾ ਸਰਕਾਰੀ ਤੰਤਰ ਆ ਉਹਨਾਂ ਜਿਹੜਾ ਸੌਂਪਿਆ ਜਾ ਰਿਹਾ, ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਆ। ਕਿਉਂਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਪੜ੍ਹਿਆ ਲਿਖਿਆ ਐਜੂਕੇਟਡ ਲੋਕ ਆ ਪੰਜਾਬ ਦੇ। ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਚੰਗਿਆਰੀ ਜਾਂ ਕੋਈ ਵੀ ਮਸਲਾ ਜਿਹੜਾ ਭਖਦਾ ਆ, ਉਹ ਪੰਜਾਬ ਤੋਂ ਜਿਹੜਾ ਹਮੇਸ਼ਾ ਹੀ ਦੁਆਬੇ ਤੋਂ ਜਾਂ ਪੰਜਾਬ ਤੋਂ ਜਿਹੜਾ ਇਹਦਾ ਮੁੱਦਾ ਉੱਠਦਾ। ਬਿਲਕੁਲ ਬਾਗੀ ਰੋਹ ਤਾਂ ਹੈ ਪੰਜਾਬ 'ਚ। ਬਾਈ ਜੀ ਅਖੀਰਲਾ ਸਵਾਲ ਤੁਹਾਨੂੰ ਪੰਜਾਬ ਦੇ ਜੇਕਰ ਭਾਜਪਾ ਵਾਲੇ ਲੀਡਰ ਸੁਣਦੇ ਹੋਣ ਕੀ ਕਹੋਗੇ? ਦੇਖੋ, ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਪਿਛਲੇ ਦਿਨੀ ਇੱਕ ਚਰਚਾ ਚੱਲੀ ਵੀ ਜਿਹੜਾ ਕਿਸਾਨਾਂ ਵੱਲੋਂ ਬੀਜੇਪੀ ਪ੍ਰਧਾਨ ਦੀ ਜਿਹੜੀ ਗੱਡੀ ਦੀ ਤੋੜ ਭੰਨ ਕੀਤੀ ਗਈ, ਹਮਲਾ ਕੀਤਾ ਗਿਆ, ਮੈਂ ਉਹਦਾ ਪਹਿਲਾਂ ਵੀ ਕਿਹਾ ਕਿ ਸਾਨੂੰ ਜਿਹੜੀ ਲੜਾਈ ਆ ਉਹ ਸੰਵਿਧਾਨਿਕ ਲੜਨੀ ਚਾਹੀਦੀ ਆ। ਪਰ ਗੱਲ ਇਹ ਆ ਵੀ ਉੱਥੇ ਜਿਹੜਾ ਬੀਜੇਪੀ ਦੇ ਪ੍ਰਧਾਨ ਦਾ ਬਿਆਨ ਆ ਕਿ ਮੇਰੀ ਗੱਡੀ ਕਿਸਾਨਾਂ ਨੇ ਨਹੀਂ ਭੰਨੀ, ਇਹ ਕਾਂਗਰਸੀਆਂ ਨੇ ਭੰਨੀ ਆ। ਇਹ ਤੋਂ ਇੱਕ ਚੀਜ਼ ਤਾਂ ਹੈਗੀ ਵੀ ਉੱਥੇ ਵੀ ਕਿਸਾਨਾਂ ਦਾ ਤਾਂ ਕੋਈ ਉਹਦੇ ਰੋਲ ਨਹੀਂਗਾ। ਮੈਂ ਗੱਲ ਦੱਸਣੀ ਚਾਹੁੰਦਾ ਕਿ ਬੀਜੇਪੀ ਦੇ ਜਿੰਨੇ ਲੀਡਰ ਆ ਵੀ ਇੱਕ ਗੱਲ ਜਿਹੜੀ ਆ ਤੁਸੀਂ ਉਹ ਧਿਆਨ ਨਾਲ ਸਮਝ ਲਓ, ਸੁਣ ਲਓ ਵੀ ਤੁਹਾਡਾ ਜਿਹੜਾ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਉਹ ਬੰਦ ਕਰ ਦਿਆਂਗੇ। ਕਿਉਂਕਿ ਅੱਜ ਜਿਹੜਾ ਪੰਜਾਬ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ, ਕਿਸਾਨਾਂ ਦੀ ਬਾਹ ਫੜੋ। ਔਰ ਕਿਉਂਕਿ ਤੁਸੀਂ ਆਪਣੀ ਜਿਹੜੀ ਆ ਗੱਲ ਰੱਖ ਸਕਦੇ ਹੋ, ਸੈਂਟਰ ਦੇ ਵਿੱਚ ਤੁਹਾਡੀ ਸਰਕਾਰ ਆ, ਉਹਨਾਂ ਨੂੰ ਦੱਸੋ ਵੀ ਪੰਜਾਬ ਦੇ ਕਿਸਾਨ ਦੇ ਅੱਜ ਹਾਲਾਤ ਕੀ ਬਣ ਗਏ ਨੇ ਪੰਜਾਬ ਦੇ ਵਿੱਚ। ਕਿਉਂਕਿ ਹੌਲੀ ਹੌਲੀ ਕਰਕੇ ਇਸ ਮੋਦੀ ਸਰਕਾਰ ਨੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਇਸ ਦੇਸ਼ ਵਿੱਚ ਨੋਟਬੰਦੀ ਕੀਤੀ, ਉਹਦਾ ਕੋਈ ਰਿਜ਼ਲਟ ਨਹੀਂ ਦੱਸਿਆ ਕੀ ਆਇਆ। GST ਲੈਣ ਦੀ ਹੋਰ ਵੱਡੇ ਜਿਹੜੇ ਫੈਸਲੇ ਲਿਆ ਜਿਨ੍ਹਾਂ ਦਾ ਕੁਝ ਦੱਸਿਆ ਹੀ ਨਹੀਂ ਕਿ ਦੇਸ਼ ਨੂੰ ਫਾਇਦਾ ਕੀ ਹੋਇਆ। ਇੱਦਾਂ ਹੀ ਇਹ ਜਿਹੜਾ ਕਿਸਾਨੀ ਨੂੰ ਜਿਹੜਾ ਖਤਮ ਕਰਨ ਦਾ ਇਹਨਾਂ ਦਾ ਜਿਹੜਾ ਪਲਾਨ ਆ ਉਹਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਅਸੀਂ ਕਿਸਾਨ ਵੀਰਾਂ ਦੇ ਨਾਲ ਖੜੇ ਆ ਔਰ ਡਟ ਕੇ ਖੜੇ ਆ। ਔਰ ਰਹਿ ਗਈ ਗੱਲ ਇਹਨਾਂ ਦੇ ਵਿਰੋਧ ਦੀ, ਔਰ ਬੀਜੇਪੀ ਦੇ ਜਿੰਨੇ ਕੋਈ ਪ੍ਰਧਾਨ ਆ, ਜੇਕਰ ਇਹ ਕਿਸਾਨਾਂ ਦੇ ਹੱਕ 'ਚ ਨਹੀਂ ਖੜਦੇ ਜਾਂ ਕੁਝ ਵੀ ਇਹਨਾਂ ਨੂੰ ਪੰਜਾਬ ਦੇ ਵਿੱਚ ਕਿ ਜਲੰਧਰ ਦੇ ਵਿੱਚ ਬਿਲਕੁਲ ਨਹੀਂ ਵੰਡ ਦੇਵਾਂਗੇ। ਜਿੱਥੇ ਵੀ ਆਉਂਦੇ ਇਹਨਾਂ ਦਾ ਵਿਰੋਧ ਕਰਾਂਗੇ। ਬਹੁਤ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ। ਸੋ ਇਹ ਦਲਿਤ ਜਥੇਬੰਦੀਆਂ ਦੇ ਉਹ ਨੌਜਵਾਨ ਆਗੂ ਜਿਨ੍ਹਾਂ 'ਚ ਰੋਸ ਹੈ। ਜੋ ਨਵਾਂ ਕਾਨੂੰਨ ਲਿਆਂਦਾ ਗਿਆ, ਕਿਸਾਨ ਮਾਰੂ ਕਾਨੂੰਨ ਕਿਹਾ ਜਾ ਰਿਹਾ ਹੈ, ਕਿਸਾਨ ਸੜਕਾਂ ਤੇ ਹੈ ਤਾਂ ਇਹਨਾਂ ਨੇ ਆਪਣਾ ਸਮਰਥਨ ਖੋਲ੍ਹ ਕੇ ਦਿੱਤਾ। ਨਾਲ ਦੀ ਨਾਲ ਐਲਾਨ ਕੀਤਾ ਹੈ ਕਿ ਭਾਜਪਾ ਆਗੂਆਂ ਦਾ ਘਿਰਾਵ ਕੀਤਾ ਜਾਏਗਾ। ਉਹਨਾਂ ਨੂੰ ਸਵਾਲ ਪੁੱਛੇ ਜਾਣਗੇ ਕਿ ਆਖਰ ਕਿਸਾਨਾਂ ਦੇ ਹੱਕ ਦੇ ਵਿੱਚ, ਪੰਜਾਬ ਦੇ ਹੱਕ 'ਚੋਂ ਕਿਉਂ ਨਹੀਂ ਖਲੋ ਰਹੇ। ਆਪਣੇ ਸਹਿਯੋਗੀ ਰਤਨਾਕਰ ਮਿਸ਼ਰਾ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।